प्रोग्राम ਦੇ ਵਿੱਚ ਲੈ ਕੇ ਹਾਜ਼ਰ ਹਾਂ। ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਕਿ ਅੱਜ ਕੋਟਕਪੂਰਾ ਗੋਲੀकांड ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ 5 ਵਾਰ ਦੇ ਪੰਜਾਬ ਦੇ ਮੁੱਖ ਮੰਤਰੀ ਤੋਂ ਅੱਜ SIT ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੇ ਜਾਣ ਦੇ ਕੀ ਮਾਇਨੇ ਨੇ, ਕੀ ਕੁਝ ਨਿਕਲਿਆ ਸੁਖਬੀਰ ਦੀ ਜਿਹੜੀ ਹੈ ਪੁੱਛਗਿੱਛ ਤੋਂ ਬਾਅਦ, ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਜਿਹੜੀ ਹੈ ਕੀਤੀ ਗਈ ਹੈ, ਜਾਂ ਗੱਲ ਕੁਝ ਹੋਰ ਹੈ? ਕੀ ਕੁਝ ਪੁੱਛਗਿੱਛ ਹੋਈ ਹੈ, ਕੀ ਕੁਝ ਸਵਾਲ ਜਵਾਬ ਹੋਏ, ਕੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਉਹ ਤੁਹਾਨੂੰ ਜਿਹੜਾ ਦੱਸਾਂਗੇ। ਤਾਂ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ। ਜਿਹੜੇ ਕੁਝ ਪਰਚੇ ਦਰਜ ਜਿਹੜੇ ਆ BJP ਦੇ ਆਗੂ ਜਿਹੜੇ ਬੱਗਾ ਜਿਹੜੇ ਸੀਗੇ ਉਹਨਾਂ ਤੇ, ਔਰ ਇੱਕ ਕਵੀ ਜਿਹੜੇ ਕੇਜਰੀਵਾਲ ਦੇ ਦੋਸਤ ਕਹੇ ਜਾਂਦੇ ਸੀਗੇ, ਉਹਨਾਂ ਦੇ ਉੱਪਰ ਇਹਨਾਂ ਦੇ ਵੱਲੋਂ ਪਰਚੇ ਦਰਜ ਕੀਤੇ ਗਏ ਸੀ ਪੰਜਾਬ ਸਰਕਾਰ ਦੇ ਵੱਲੋਂ, ਜਦ ਕਿ ਬਣਦੇ ਨਹੀਂ ਸੀ ਪੰਜਾਬ ਦੇ ਵਿੱਚ। ਉਹਨਾਂ ਪੂਰੇ ਮਾਮਲਿਆਂ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਪੰਜਾਬ ਨੂੰ ਝਟਕਾ ਦਿੱਤਾ ਗਿਆ। ਤੇ ਨਾਲ ਹੀ ਨਾਲ ਗੱਲਬਾਤ ਅਸੀਂ ਕਰਾਂਗੇ ਦੀਪਕ ਟੀਨੂ ਜਿਹੜਾ ਪੰਜਾਬ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹੋਇਆ ਸੀ, ਉਹ ਹੁਣ ਕਿੱਥੇ ਪਹੁੰਚ ਚੁੱਕਿਆ ਹੈ, ਕਿਵੇਂ ਉਹ ਭੱਜਿਆ ਸੀ, ਕੁਝ ਵੱਡੇ ਖੁਲਾਸੇ ਜਿਹੜੇ ਹੋਏ ਆ। ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਲਈ ਮੇਰੇ ਨਾਲ ਜੁੜੇ ਹੈ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਨਾ, ਉਹ ਮੈਂ ਚਾਹੁੰਦਾ ਕਿ ਇੱਕ ਅਹਿਮ ਖਬਰ ਤੋਂ ਹੀ ਜਿਹੜੀ ਆ ਕਰੀਏ। ਅਹਿਮ ਖਬਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵਾਲੀ ਹੈ। ਪ੍ਰਕਾਸ਼ ਸਿੰਘ ਬਾਦਲ ਤੋਂ ਅੱਜ SIT ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਕੋਟਕਪੂਰਾ ਗੋਲੀकांड ਦੇ ਵਿੱਚ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੋਂ ਕੀਤੀ ਗਈ ਸੀ। ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਹੈ। ਕਿ ਸੁਖਬੀਰ ਬਾਦਲ ਵਾਲੀ ਪੁੱਛਗਿੱਛ ਦੇ ਵਿੱਚੋਂ ਕੁਝ ਨਿਕਲਿਆ ਸੀ, ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਹੈ, ਜਾਂ ਵਾਕਈ ਰੂਟੀਨ ਦੇ ਵਿੱਚ ਇਹ ਪੁੱਛਗਿੱਛ ਕੀਤੀ ਗਈ ਹੈ? ਹਾਲਾਂਕਿ 1 ਸਾਲ ਪਹਿਲਾਂ ਵੀ ਪੁੱਛਗਿੱਛ ਜਿਹੜੀ ਹੈ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਵੱਲੋਂ ਕੀਤੀ ਗਈ ਸੀ, ਜਦੋਂ ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਨੂੰ ਪਹਿਲਾਂ ਮੋੜ ਦਿੱਤਾ ਗਿਆ ਸੀਗਾ ਕਿ ਭਾਈ ਤੁਸੀਂ ਜਾ ਕੇ ਜਿਹੜਾ ਆਪਣੇ SIT ਦੇ ਮੁਖੀ ਨੂੰ ਲੈ ਕੇ ਆਓ, ਫਿਰ ਪੁੱਛਗਿੱਛ ਕਰਾਂਗੇ। 1 ਸਾਲ ਪਹਿਲਾਂ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਹੋਈ ਸੀ ਤੇ ਹੁਣ ਫਿਰ ਹੋਈ ਹੈ। ਕੀ ਕੁਝ ਨਵਾਂ ਨਿਕਲਿਆ ਇਸ ਪੂਰੀ ਪੁੱਛਗਿੱਛ ਦੇ ਵਿੱਚੋਂ? ਕੀ ਕੁਝ ਪੁੱਛਗਿੱਛ ਹੋਈ ਹੈ? ਸੁਖਿੰਦਰ ਜੀ, ਅੱਜ ਦਾ ਜਿਹੜਾ ਪ੍ਰਸ਼ਨ ਜਿਹੜਾ ਬੜਾ ਮਹੱਤਵਪੂਰਨ ਪ੍ਰਸ਼ਨ ਆ, ਇਹਦੇ ਵਿੱਚ ਤੁਸੀਂ 2 ਨਾਮ ਲਏ ਨੇ। ਇੱਕ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਲਿਆ ਕਿ ਪਿਛਲੇ ਸਾਲ, ਔਰ ਦੂਜੀ LK ਯਾਦਵ ਵਾਲੀ SIT ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਕੋਲ ਪੁੱਛਗਿੱਛ ਕੀਤੀ ਹੈ। ਸੁਖਿੰਦਰ ਜੀ, ਇਹਦਾ ਜਿਸ ਤਰ੍ਹਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਤੇ ਫਿਰ ਅੱਜ ਪ੍ਰਕਾਸ਼ ਸਿੰਘ ਬਾਦਲ ਕੋਲ ਚਾਂਚਕ ਹੀ ਜਾ ਕੇ ਚਲੇ ਜਾਣਾ, ਤੇ ਵੱਡੀ ਗੱਲ ਉਸ ਵਕਤ ਤੱਕ ਦਲਜੀਤ ਸਿੰਘ ਚੀਮੇ ਨੂੰ ਵੀ ਨਾ ਪਤਾ ਹੋਣਾ ਕਿ SIT ਪੁੱਛਗਿੱਛ ਕਰਨ ਆ ਰਹੀ ਆ। ਇਹ ਜਿਹੜਾ ਜੋ ਵੀ ਕੜੀਆਂ ਜਿਹੜੀਆਂ ਜੁੜਦੀਆਂ ਨੇ, ਇਹਨਾਂ ਕੜੀਆਂ ਦੇ ਜੋੜਨ ਦੇ ਪਿੱਛੇ ਮੈਨੂੰ ਅੱਜ ਤੋਂ 4 ਜਾਂ 5 ਦਿਨ ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਚੱਲਦਾ ਪਿਆ ਸੀ, ਤਾਂ ਉਸ ਅਜਲਾਸ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਇਹ ਮੁੱਦਾ ਠਾਇਆ, ਔਰ ਇਹ ਮੁੱਦਾ ਠਾ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਸੁਖਬੀਰ ਸਿੰਘ ਬਾਦਲ ਦੀ ਪੁੱਛਗਿੱਛ ਹੋਈ ਤਾਂ ਜਦੋਂ SIT ਨੇ ਸੱਦਿਆ ਤਾਂ ਉਹਨੂੰ ਪਕੌੜੇ ਤੇ ਚਾਹ ਪਿਆ ਕੇ ਵਾਪਸ ਭੇਜ ਦਿੱਤਾ ਗਿਆ। ਤੇ ਹੁਣ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਇੱਕ ਈਮੇਲ ਵੀ ਪੇਸ਼ ਕੀਤੀ, ਸਾਰਾ ਕੁਝ ਉਹਨਾਂ ਨੇ ਖੁਲਾਸਾ ਕੀਤਾ। ਤੇ ਸੁਖਵਿੰਦਰ ਜੀ, ਉਸ ਵਕਤ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵਿਧਾਨ ਸਭਾ ਦੇ ਫਲੋਰ ਦੇ ਉੱਤੇ ਇਸ ਮੁੱਦੇ ਨੂੰ ਉਠਾਉਣ ਦਾ ਸਿੱਟਾ ਹੀ ਇਹ ਆ ਕਿ ਸਰਕਾਰ ਨੂੰ ਅੱਜ ਮਜਬੂਰ ਹੋ ਕੇ ਦੁਬਾਰਾ ਜਿਹੜੀ SIT ਦੀ ਜਿਹੜੇ ਮੋੜ ਆ ਉਹ ਸਰਦਾਰ ਪ੍ਰਕਾਸ਼ ਸਿੰਘ ਵੱਲ ਕੱਟਣਾ ਪਿਆ। ਸੋ ਸੁਖਵਿੰਦਰ ਜੀ, ਇੱਕ ਗੱਲ ਮੈਂ ਹੋਰ ਕਹਿਣਾ, ਸਵੇਰ ਦੇ ਪ੍ਰੋਗਰਾਮ 'ਚ ਸਾਡੇ ਪ੍ਰੋਗਰਾਮ ਦੇ ਗੈਸਟ ਜਿਹੜੇ ਸਨ ਸਾਬਕਾ DSP ਬਲਵਿੰਦਰ ਸਿੰਘ, ਉਹਨਾਂ ਦਾ ਮੈਂ ਵੇਖ ਰਿਹਾ ਸਾਂ ਪ੍ਰੋਗਰਾਮ, ਤਾਂ ਉਹਨਾਂ ਨੇ ਇੱਕ ਗੱਲ ਚੱਲਦਿਆਂ ਇਹ ਗੱਲ ਕਹੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਦੇ ਕਹਿਣ ਤੇ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਬਦਲੀ ਜਿਹੜੀ ਆ ਉਹ ਨਹੀਂ ਹੁੰਦੀ। ਆ ਜਿਹੜੀ ਉਹਨਾਂ ਦੀ ਟਿੱਪਣੀ ਸੀ, ਉਹਨਾਂ ਦੀ ਇਹ ਜਿਹੜੀ ਟਿੱਪਣੀ ਸੀ, ਇਹ ਬੜੀ ਨਾ ਮੈਨੂੰ ਹੈਰਾਨੀਜਨਕ ਲੱਗੀ, ਕਿਉਂਕਿ ਚਲੋ ਐ ਨਹੀਂ ਹੋ, ਵੱਖਰੀ ਗੱਲ ਆ ਕਿ ਸਾਬਕਾ DSP ਬਲਵਿੰਦਰ ਸਿੰਘ ਹੋਰੋਂ ਕੁੰਵਰ ਵਿਜੇ ਪ੍ਰਤਾਪ ਦੇ ਆਪਸੀ ਸੰਬੰਧ ਕਿਹੋ ਜਿਹੇ ਨੇ ਜਾਂ ਕਿਹੋ ਜਿਹੇ ਨਹੀਂ, ਪਰ ਜਦੋਂ ਆਪਾਂ ਬਤੌਰ ਗੈਸਟ ਕਿਸੇ ਵੀ ਚੈਨਲ ਤੇ ਆਪਾਂ ਗੱਲ ਕਰਦੇ ਆ ਤਾਂ ਉਹ ਗੱਲ ਜਿਹੜੀ ਆ ਪੂਰੀ ਜ਼ਿੰਮੇਵਾਰੀ ਔਰ ਪੂਰੀ ਰਿਸਪੌਂਸਿਬਿਲਿਟੀ ਵਾਲੀ ਜਿਹੜੀ ਹੋਣੀ ਚਾਹੀਦੀ ਆ। ਜਿੱਥੋਂ ਤੱਕ ਮੈਂ ਕੁੰਵਰ ਵਿਜੇ ਪ੍ਰਤਾਪ ਨੂੰ ਜਾਣਦਾ, ਜਦੋਂ ਤੱਕ ਮੇਰੇ ਨਿੱਜੀ ਸੰਬੰਧ ਉਹਨਾਂ ਨਾਲ ਹਨ, ਜਾਂ ਮੇਰੇ ਨਿੱਜੀ ਸੰਬੰਧਾਂ ਨੂੰ ਆਪਾਂ ਛੱਡ ਵੀ ਦਈਏ ਕਿ ਉਹ ਬੰਦਾ ਵਿਧਾਨ ਸਭਾ ਦੇ ਫਲੋਰ ਤੋਂ ਇਹ ਗੱਲ ਕਰਦਾ ਤੇ ਕਰਨ ਤੋਂ ਬਾਅਦ ਪੰਜਾਬ ਸਰਕਾਰ ਦਬਾਅ ਦੇ ਵਿੱਚ ਆਣ ਕੇ ਆਉਂਦਿਆਂ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪੁੱਛਗਿੱਛ ਕਰਦੀ ਆ, ਇਹ ਸ਼ਾਇਦ ਉਸੇ ਹੀ ਦਬਾਅ ਦਾ ਸਿੱਟਾ। ਤੇ ਬਾਕੀ ਰਹੀ ਬਦਲੀਆਂ ਦੀ ਗੱਲ, ਸੁਖਵਿੰਦਰ ਜੀ, ਜੇ ਮੈਂ ਆਪਣੀ ਨਿੱਜੀ ਪੱਧਰ ਦੀ ਗੱਲ ਕਰਾਂ ਤਾਂ ਮੈਂ ਤਾਂ ਬਹੁਤ ਇਹੋ ਜਿਹੀਆਂ ਸਥਿਤੀਆਂ ਵੇਖੀਆਂ ਕਿ ਜਿੱਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅੱਜ ਵੀ
ਪੂਰਨ ਤੌਰ ਤੇ ਉਸੇ ਤਰੀਕੇ ਨਾਲ ਚੱਲਦੀ ਆ, ਜਾਂ ਉਸੇ ਤਰੀਕੇ ਨਾਲ ਚੱਲਦੀ ਦਾ ਸ਼ਬਦ ਮੈਂ ਨਾ ਕਹਾਂ, ਉਸੇ ਤਰੀਕੇ ਨਾਲ ਮਾਨ ਸਤਿਕਾਰ ਦਿੱਤਾ ਜਾਂਦਾ ਜਿਸ ਤਰੀਕੇ ਨਾਲ ਬਤੌਰ ਉਹਨੂੰ ਪੁਲਿਸ ਅਫਸਰ ਪਹਿਲਾਂ ਦਿੱਤਾ ਜਾਂਦਾ ਸੀ। ਸੁਖਵਿੰਦਰ ਜੀ ਐਮਐਲਏ ਉਹ ਜ਼ਰੂਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਰੂਪ ਦੇ ਵਿੱਚ ਨਹੀਂ, ਪਰ ਜਿਸ ਤਰੀਕੇ ਨਾਲ 1998 ਤੋਂ ਲੈ ਕੇ 2021 ਤੱਕ ਉਹਨਾਂ ਦਾ ਪੁਲਿਸ ਕੈਰੀਅਰ ਰਿਹਾ, ਤੇ ਪੁਲਿਸ ਕੈਰੀਅਰ ਦੇ ਵਿੱਚ ਜਿਹੋ ਜਿਹੀ ਉਹਨਾਂ ਦੀ ਸ਼ਖਸੀਅਤ ਇੱਕ ਇਮਾਨਦਾਰ ਅਫਸਰ ਦੀ ਰਹੀ ਆ, ਤਾਂ ਉਥੋਂ ਸਾਫ਼ ਤੇ ਸੁਖਵਿੰਦਰ ਜੀ ਉਸ ਬੰਦੇ ਦਾ ਫੋਨ ਜਾਵੇ ਤੇ ਕੰਮ ਨਾ ਹੋਵੇ, ਇਹ ਤਾਂ ਗੱਲ ਮੰਨਣ 'ਚ ਹੀ ਨਹੀਂ ਆਉਂਦੀ। ਔਰ ਇਹ ਗੱਲ ਦਾ ਮੈਂ ਖੁਦ ਗਵਾਹ ਆ, ਕਈ ਕੰਮ ਮੈਂ ਉਹਨਾਂ ਨੂੰ ਕਹੇ ਹੋਣਗੇ, ਕੁਝ ਇਹੋ ਜਿਹੇ ਕੰਮ ਜਿਹੜੇ ਸ਼ਾਇਦ ਮੈਂ ਸਕਰੀਨ ਤੇ ਨਾ ਕਹਿ ਸਕਾਂ, ਨਾ ਦੱਸ ਸਕਾਂ, ਪਰ ਉਹਨਾਂ ਦਾ ਫੋਨ ਜਾਂਦਾ ਤੇ ਲੋਕ ਜਦੋਂ ਫੋਨ ਸਿਰਫ ਪੁਲਿਸ ਮਹਿਕਮੇ 'ਚ ਨਹੀਂ, ਵੱਖ-ਵੱਖ ਮਹਿਕਮਿਆਂ 'ਚ ਵੀ ਜਿੱਥੇ ਵੀ ਜਾਂਦਾ, ਲੋਕ ਉਸ ਨੂੰ, ਉਹਨਾਂ ਨੂੰ ਇੱਕ ਸਤਿਕਾਰ ਦੀ ਨਜ਼ਰ ਨਾਲ ਵੇਖਦੇ ਆ, ਉਹਨਾਂ ਦੇ ਕਹੇ ਦਾ ਮੁੱਲ ਆ। ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਨਹੀਂ ਹੈ ਜਾਂ ਨਹੀਂ, ਅਣਖੀ ਸਾਹਿਬ ਪਤਾ ਇਹ ਵੀ ਲੱਗਿਆ ਕਿ ਸਿਰਫ ਉਹਨਾਂ ਦੇ ਆਪਣੇ ਹਲਕੇ ਤੋਂ ਨਹੀਂ, ਸਗੋਂ ਲੁਧਿਆਣਾ ਜਾਂ ਹੋਰ ਇਲਾਕਿਆਂ ਦੇ ਵਿੱਚੋਂ ਪੂਰੇ ਪੰਜਾਬ ਦੇ ਲੋਕ ਜਿਹੜੇ ਉਹਨਾਂ ਤੋਂ ਕੰਮਕਾਜ ਕਰਾਉਣ ਲਈ ਪਹੁੰਚਦੇ ਆ। ਹਾਂ, ਇਹ ਗੱਲ ਪੂਰਨ ਤੌਰ ਤੇ ਸਹੀ ਆ। ਮੈਂ 2-4 ਵਾਰੀ ਉਹਨਾਂ ਨੂੰ ਨਿੱਜੀ ਤੌਰ ਤੇ ਮਿਲਿਆ ਤੇ ਲੋਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉਹਨਾਂ ਕੋਲ ਪਹੁੰਚੇ ਹੋਏ ਸੀ ਕਿ ਸਾਡਾ ਇਹ ਕੰਮ ਕਰਾਓ। ਤੁਸੀਂ ਪੰਜਾਬ ਦੀ ਤਾਂ ਗੱਲ ਛੱਡ ਦਿਓ, ਪੰਜਾਬ ਤੋਂ ਬਾਹਰ ਵੀ ਇੱਕ ਕੇਸ ਗਾਜ਼ੀਆਬਾਦ ਦਾ ਸਾਹਮਣੇ ਆਇਆ। ਗਾਜ਼ੀਆਬਾਦ ਦੇ ਵਿੱਚ ਕਿਸੇ ਬੰਦੇ ਦਾ ਕੇਸ FIR ਦਰਜ ਸੀ, ਪੁਲਿਸ ਕੰਮ ਨਹੀਂ ਸੀ ਕਰ ਰਹੀ, ਜਿਹੜੀ ਯੂਪੀ ਪੁਲਿਸ, ਉਹ ਬੰਦਾ ਜਾ ਕੇ, ਉਹਨਾਂ ਨੇ ਜਾ ਕੇ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਇਹ ਗੱਲ ਕਹੀ ਕਿ ਸਾਡਾ ਇਹ ਕੰਮ ਰੁਕਿਆ। ਤਾਂ ਜੇਕਰ ਉਸ ਵਿਅਕਤੀ ਦਾ ਕੰਮ ਪੰਜਾਬ ਤੋਂ ਬਾਹਰ ਦੀਆਂ ਸਰਹੱਦਾਂ ਤੇ ਵੀ ਹੁੰਦਾ, ਤਾਂ ਫਿਰ ਇਹ ਜਿਹੜੀ ਟਿੱਪਣੀ ਆ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਦੀ, ਇਹ ਮੈਨੂੰ ਕੋਈ ਜ਼ਿਆਦਾ ਵਜਨਦਾਰ ਨਹੀਂ ਲੱਗਦੀ, ਕਿਉਂਕਿ ਆਪਾਂ ਇੱਕ ਜ਼ਿੰਮੇਵਾਰ ਚੈਨਲ ਤੇ ਬੈਠੇ ਆ, ਤਾਂ ਇਹ ਗੱਲ ਜਿਹੜੀ ਸਟੀਕ ਤੇ ਸਹੀ ਇਨਫੋਰਮੇਸ਼ਨ ਦੇਣਾ ਸਾਡਾ ਫਰਜ਼ ਆ। ਸੋ ਇਸ ਕਰਕੇ ਇਹ ਜਿਹੜੇ ਤੱਥ ਆ ਇਹ ਮੈਂ ਬਿਆਨ ਕੀਤੇ ਆ। ਸੋ ਬਲਵਿੰਦਰ ਸੇਖੋਂ ਹੋਣਾ ਦਾ ਆਪਣਾ ਤਰਕ ਹੋ ਸਕਦਾ, ਕਿਸੇ ਸੰਦਰਭ 'ਚ ਉਹਨਾਂ ਨੇ ਗੱਲ ਕਹੀ ਹੋ ਸਕਦੀ ਆ, ਪਰ ਬਤੌਰ ਅਸੀਂ ਲੋਕਾਂ ਦੀ ਆਵਾਜ਼ ਜਾਂ ਇੱਕ ਉਹ ਪਲੇਟਫਾਰਮ ਤੇ ਬੈਠੇ ਕਿ ਜਿੱਥੇ ਅਸੀਂ ਪੂਰਨ ਤੌਰ ਤੇ ਉਸ ਵਿਅਕਤੀ ਦੀ ਸ਼ਖਸੀਅਤ ਨੂੰ ਜਾਣਦੇ ਆ, ਜਿਹਦੇ ਉੱਤੇ ਪੰਜਾਬ ਸਮੁੱਚਾ ਮਾਣ ਕਰਦਾ, ਉਸ ਦੀ ਇਮਾਨਦਾਰੀ ਤੇ ਕੋਈ ਦਾਗ ਨਹੀਂ। ਸਰਕਾਰ ਕੋਈ ਵੀ ਹੋਵੇ, ਕਬਰ ਵਿਜੇ ਪ੍ਰਤਾਪ ਸਿੰਘ ਦਾ ਕੰਮ ਇਹ ਹੈ ਕਿ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਹੈ ਸਾਡੇ ਦਰਸ਼ਕਾਂ ਤੱਕ ਪਹੁੰਚਾਉਣੀ ਹੈ ਜੀ। ਤਾਂ ਬਾਕੀ ਮੈਂ ਹੁਣ ਉਸੇ ਪ੍ਰਸ਼ਨ ਵੱਲ ਆਉਣਾ, ਤੇ ਅੱਜ SIT LK ਯਾਦਵ ਦੀ ਜਿਹੜੀ ਆ ਉਹ ਜਾਂਦੀ ਆ ਪ੍ਰਕਾਸ਼ ਸਿੰਘ ਬਾਦਲ ਕੋਲ। ਪ੍ਰਕਾਸ਼ ਸਿੰਘ ਬਾਦਲ ਕੋਲ ਜਾ ਕੇ 4.5 ਘੰਟੇ ਦੇ ਕਰੀਬ ਸੁਖਵਿੰਦਰ ਜੀ ਜਿਹੜੀ ਪੁੱਛਗਿੱਛ ਆ ਉਹ ਹੁੰਦੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਪੁੱਛਗਿੱਛ ਕਿਹੜੇ ਸੰਦਰਭ 'ਚ ਹੋਈ? ਕਿਉਂਕਿ ਜਦੋਂ ਕੋਟਕਪੂਰਾ ਗੋਲੀ ਚੱਲਦੀ ਆ ਤਾਂ ਉਸ ਵਕਤ ਉਹ ਪੰਜਾਬ ਦੇ ਮੁੱਖ ਮੰਤਰੀ ਸਨ। ਸਵਾਲ ਉਹੀ ਨੇ ਕਿ ਹਾਂ ਭਈ ਜਿਹੜੀ ਗੋਲੀ ਚੱਲੀ ਤੁਹਾਨੂੰ ਉਸ ਦੀ ਜਾਣਕਾਰੀ ਸੀ। ਨੰਬਰ 2, ਕੀ ਤੁਸੀਂ ਗੋਲੀ ਚਲਾਉਣ ਦੇ ਨਿਰਦੇਸ਼ ਦਿੱਤੇ? ਨੰਬਰ 3, ਕੀ ਗੋਲੀ ਚਲਾਉਣ ਤੋਂ ਬਾਅਦ DGP ਨੇ ਤੁਹਾਨੂੰ ਭਰੋਸੇ 'ਚ ਲਿਆ? ਨੰਬਰ 4, ਕਿ ਤੁਸੀਂ ਫਿਰ ਜਦੋਂ ਤੁਹਾਨੂੰ ਪਤਾ ਲੱਗਾ ਗੋਲੀ ਚੱਲ ਗਈ ਆ, ਫਿਰ ਉਹਨਾਂ ਅਫਸਰਾਂ ਦੇ ਪ੍ਰਤੀ ਤੁਹਾਡਾ ਰਵੱਈਆ ਕਿਹੋ ਜਿਹਾ ਸੀ? ਉਹ ਜਿਹੜੇ ਘਸੇ ਪੇਟੇ ਕੁਐਸਚਨ ਜਿਹੜੇ ਬੀਤੇ ਦੌਰ 'ਚ, ਬੀਤੇ 7 ਸਾਲਾਂ ਤੋਂ ਪੁੱਛੇ ਜਾ ਰਹੇ ਆ, ਉਹੀ ਪ੍ਰਸ਼ਨ ਜਿਹੜੇ ਉਹਨਾਂ ਨੇ ਪੁੱਛੇ। ਤੇ ਸੁਖਵਿੰਦਰ ਜੀ ਇਹ ਜੋ ਹੋਇਆ, ਖਾਸ ਤੌਰ ਤੇ ਆਪਾਂ ਇਹ ਗੱਲ ਕਹਿ ਲਈਏ ਕਿਉਂਕਿ ਉਹ ਪੰਜਾਬ ਦੇ ਉਸ ਵਕਤ ਦੇ ਮੁੱਖ ਮੰਤਰੀ ਸਨ, ਤਾਂ ਮੁੱਖ ਮੰਤਰੀ ਜੇਕਰ ਹੁੰਦਾ ਤਾਂ ਵਾਕਈ ਕਿਤੇ ਵੀ ਰਾਜ 'ਚ ਗੋਲੀ ਚੱਲਦੀ ਹੈ, ਖਾਸ ਤੌਰ ਤੇ ਪੁਲਿਸ ਵੱਲੋਂ ਚਲਾਈ ਜਾਂਦੀ ਆ, ਤਾਂ ਉਹ ਧੱਕੇ ਨਾਲ ਜਾਂ SSP ਆਪਣੇ ਪੱਧਰ ਤੇ ਨਹੀਂ ਲੈ ਸਕਦਾ ਫੈਸਲਾ ਕਿ ਹਾਂ ਵੀ ਗੋਲੀ ਚਲਾ ਦਿਓ। ਕੁਝ ਸਥਿਤੀਆਂ ਐਮਰਜੈਂਸੀ ਹੋਣਗੀਆਂ। ਇਹ ਤਾਂ ਮੈਨੂੰ ਪਤਾ ਕਿ ਅੱਤਵਾਦ ਦੇ ਦੌਰ 'ਚ ਜਾਂ ਖਾੜਕੂਵਾਦ ਦੇ ਦੌਰ 'ਚ ਵੀ ਜਿਹੜੀਆਂ ਕੁੰਡੀਆਂ ਉੱਪਰੋਂ ਹਿਲਦੀਆਂ ਸੀ, ਚਾਹੇ ਬੇਅੰਤ ਸਿੰਘ ਜਾਂ DGP KPS ਗਿੱਲ ਤੋਂ, ਫਿਰ ਜਾ ਕੇ ਥੱਲੇ ਅਮਰਚੰਦ ਸਿੰਘ। ਤਾਂ ਸੋ SIT ਨੇ ਇਸ ਮੁੱਦੇ ਦੇ ਉੱਤੇ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਪੁੱਛਗਿੱਛ ਕੀਤੀ ਹੈ, ਤੇ ਉਸ ਦਾ ਕਾਰਨ ਸੁਖਵਿੰਦਰ ਜੀ, ਦੂਜਾ ਕਾਰਨ ਇਹ ਵੀ ਆ ਕਿ SIT ਹਰਕਤ ਵਿੱਚ ਕਿਉਂ ਆਈ? ਕਿਉਂਕਿ 14 ਅਕਤੂਬਰ ਨੂੰ ਬਰਗਾਰੀ ਇਨਸਾਫ ਮੋਰਚੇ ਨੇ ਵੱਡੇ ਸੰਘਰਸ਼ ਦਾ ਐਲਾਨ ਕਰਨਾ। ਕੱਲ ਜਿਹੜੀ SIT ਜਾਂ ਫੋਰੈਂਸਿਕ ਟੀਮ ਜਿਹੜੀ ਆ ਉਹ ਕੋਟਕਪੂਰਾ ਪਹੁੰਚਦੀ ਆ, ਉੱਥੇ ਜਾ ਕੇ ਉਹ ਸਾਰਾ ਕੁਝ ਨਾਪ ਤੋਲ ਕਰਦੀ ਹੈ, ਸਥਿਤੀਆਂ ਦਾ ਜਾਇਜ਼ਾ ਲੈਂਦੀ ਆ, ਤੇ ਅੱਜ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਕੀਤੀ। ਤੇ ਜੋ ਸੂਤਰਾਂ ਤੋਂ ਮੇਰੇ ਤੱਕ ਜਾਣਕਾਰੀ ਪਹੁੰਚੀ ਆ, ਕੱਲ ਸੁਖਬੀਰ ਸਿੰਘ ਬਾਦਲ ਦੀ ਦੁਬਾਰਾ SIT ਪੁੱਛਗਿੱਛ ਕਰ ਸਕਦੀ ਹੈ। ਇਹ ਵੀ ਇੱਕ ਤੱਥ ਸਾਨੂੰ ਪ੍ਰਾਪਤ ਹੋਇਆ। ਕੱਲ SIT ਜਿਹੜੀ ਆ ਦੁਬਾਰਾ ਸੁਖਬੀਰ ਬਾਦਲ ਨੂੰ ਸੱਦ ਸਕਦੀ ਆ ਜਾਂ ਉਹਦੇ ਤੱਕ ਸਿੱਧੀ ਪਹੁੰਚ ਕਰਕੇ ਉਸ ਦੀ ਪੁੱਛਗਿੱਛ ਕਰ ਸਕਦੀ ਆ। ਹੁਣ ਇਹ ਜੋ ਕੁਝ ਵੀ ਇੱਕਦਮ ਤੇਜ਼ੀ ਨਾਲ ਚੱਲਦਾ ਪਿਆ ਵਰਤਾਰਾ ਸਿਰਫ ਤੇ ਸਿਰਫ ਇਸ ਕਰਕੇ ਆ ਕਿਉਂਕਿ ਹੁਣ ਪੰਜਾਬ ਦੇ ਲੋਕਾਂ ਨੇ ਇਸ ਮੁੱਦੇ ਦੇ ਉੱਤੇ, ਬਰਗਾਰੀ ਇਨਸਾਫ ਮੋਰਚੇ ਦੇ ਉੱਤੇ, ਬੇਅਦਬੀਆਂ ਦੇ ਮੁੱਦੇ ਦੇ ਉੱਤੇ ਸਰਕਾਰ ਨੂੰ ਘੇਰਨਾ ਸ਼ੁਰੂ ਕਰਤਾ। ਸਰਕਾਰ ਨੂੰ ਵਿਰੋਧੀ ਪਾਰਟੀਆਂ ਤਾਂ ਘੇਰਦੀਆਂ ਪਈਆਂ, ਸਰਕਾਰ ਦੇ ਆਪਣੇ ਹੀ ਵਿਧਾਇਕ ਕਬਰ ਵਿਜੇ ਪ੍ਰਤਾਪ ਵਰਗੇ ਬੰਦੇ ਸਰਕਾਰ ਨੂੰ ਇਸ ਮੁੱਦੇ ਤੇ ਜਵਾਬ ਦੇਣ ਵਾਸਤੇ ਮਜਬੂਰ ਕਰ ਰਹੇ ਆ। ਦੂਜੇ ਪਾਸੇ ਸਰਕਾਰ ਜਿਹੜੀ ਆ ਗੁਜਰਾਤ ਦੇ ਵਿੱਚ ਜਾ ਕੇ ਬੜੇ ਵੱਡੇ ਦਾਅਵੇ ਕਰਦੀ ਪਈ ਆ। ਜੇਕਰ ਉੱਥੋਂ ਦੀਆਂ ਵੀ ਸਿੱਖ ਸੰਗਤਾਂ ਦੇ ਵਿੱਚ ਕੋਈ ਇਹੋ ਜਿਹੀ ਕੋਈ ਗੱਲ ਚੱਲ ਪਈ, ਉੱਥੇ ਵੀ ਸਿੱਖ ਗੁਜਰਾਤ 'ਚ ਹਨ ਕਿ ਇੱਥੇ ਤਾਂ ਤੁਸੀਂ ਬੜੇ ਗਰੰਟੀਆਂ, ਉਸ ਮੁੱਦੇ ਦਾ ਉੱਥੇ ਕੀ ਬਣਿਆ, ਅਜੇ ਤੱਕ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹਨਾਂ ਦੇ ਖਿਲਾਫ ਤੁਹਾਡੀ ਕੀ ਕਾਰਵਾਈ ਹੈ? ਸੁਖਵਿੰਦਰ ਜੀ, ਜੋ ਮਰਜ਼ੀ ਹੋ ਜਾਵੇ, ਬੇਸ਼ੱਕ ਇਸ ਗੱਲ ਦਾ ਕੋਈ ਪ੍ਰਮਾਣ ਹੈ ਜਾਂ ਨਹੀਂ ਹੈ,
ਪਰ ਅਗਰ ਵੇਖਿਆ ਜਾਵੇ ਤਾਂ ਪੰਜਾਬ ਦੇ ਲੋਕ ਜ਼ਿਆਦਾਤਰ ਜਿਹੜੀ ਗੋਲੀ ਚੱਲੀ ਉਹਦੇ ਵਾਸਤੇ ਕਥਿਤ ਤੌਰ ਤੇ, ਮੈਂ ਨਹੀਂ ਕਹਿ ਰਿਹਾ, ਜਿਹੜੀ ਗੋਲੀ ਚੱਲੀ ਉਸ ਵੇਲੇ ਉਹਦੇ ਵਾਸਤੇ ਬਾਦਲ ਪਰਿਵਾਰ ਨੂੰ ਉਹ ਜਿਹੜੇ ਪੰਜਾਬ ਦੇ ਲੋਕ ਦੋਸ਼ੀ ਸਮਝਦੇ ਆ। ਤੇ ਇਸ ਮੁੱਦੇ ਤੇ ਸੁਖਵਿੰਦਰ ਜੀ 2 ਸਰਕਾਰਾਂ ਬਦਲ ਗਈਆਂ, 3 ਮੁੱਖ ਮੰਤਰੀ ਚਲੇ ਗਏ ਤੇ ਅਜੇ ਤੱਕ ਬਾਦਲ ਪਰਿਵਾਰ ਦੇ ਖਿਲਾਫ ਜਾਂ ਅਸੀਂ ਉਹ ਜ਼ਿੰਮੇਵਾਰ ਵਿਅਕਤੀਆਂ ਦੇ ਕਥਿਤ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹਨਾਂ ਦੇ ਖਿਲਾਫ ਕੋਈ ਵੀ ਸਰਕਾਰ ਮਾਨਕੀ ਸਾਹਿਬ ਇਹਦੇ ਵਿੱਚੋਂ ਕੁਝ ਨਿਕਲੂਗਾ ਜਾਂ ਨਹੀਂ? ਕਿਉਂਕਿ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਇਲਜ਼ਾਮਬਾਜ਼ੀ ਕਰ ਚੁੱਕਿਆ ਕਿ ਇਹ ਜਿਹੜੇ LK ਯਾਦਵ ਵਾਲੀ SIT ਆ ਇਹ ਇਨਸਾਫ ਨਹੀਂ ਦਿਵਾ ਸਕਦੀ। ਆਪਣੀ ਸਰਕਾਰ ਦੇ ਹੁੰਦਿਆਂ ਉਹਨਾਂ ਨੇ ਇਹ ਗੱਲ ਕਹਿ ਚੁੱਕੇ ਆ ਸਾਫ਼ ਤੌਰ ਤੇ ਕਿ LK ਯਾਦਵ ਦੀ SIT ਇਨਸਾਫ ਨਹੀਂ ਦਿਵਾ ਸਕਦੀ। ਸੁਖਬੀਰ ਤੋਂ ਸਹੀ ਤਰੀਕੇ ਨਾਲ ਪੁੱਛਗਿੱਛ ਨਹੀਂ ਹੋਈ, ਹੁਣ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਸਹੀ ਤਰੀਕੇ ਨਾਲ ਹੋਈ ਹੈ ਜਾਂ ਨਹੀਂ ਹੋਈ, ਇਹ ਵੀ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਕਿਉਂਕਿ ਸਰਕਾਰ ਦੇ ਆਪਣੇ ਹੀ ਜਿਹੜੇ MLA ਉਹ ਇਲਜ਼ਾਮ ਲਾ ਰਹੇ ਆ SIT ਦੇ ਉੱਪਰ। ਤਾਂ ਫਿਰ ਉਹ ਜੇ SIT ਦੇ ਉੱਪਰ ਸਵਾਲ ਚੁੱਕ ਰਹੇ ਆ, ਹੁਣ ਇਹਦੇ ਤੇ ਕੀ ਵਿਸ਼ਵਾਸ ਕੀਤਾ ਜਾਵੇ ਕਿ ਭਾਈ ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ? ਬਿਲਕੁਲ ਸੁਖਵਿੰਦਰ ਜੀ, ਤੁਹਾਨੂੰ ਯਾਦ ਹੋਣਾ ਕਿ ਜਦੋਂ ਕੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਦੇ ਇੰਟਰਵਿਊ ਕਰਨ ਗਏ ਸਾਂ ਤਾਂ ਉਹਨਾਂ ਨੇ ਇੰਨੀ ਗੱਲ ਸਾਫ਼ ਕਹੀ ਸੀ ਕਿ ਭਈ ਪੰਜਾਬ ਪੁਲਿਸ ਦੇ ਕਿਸੇ ਵੀ ਅਫਸਰ ਵਿੱਚ ਇੰਨੀ ਹਿੰਮਤ ਹੈ ਨਹੀਂ ਕਿ ਜਿਹੜਾ ਬਾਦਲ ਪਰਿਵਾਰ ਦੇ ਖਿਲਾਫ ਇੱਕ ਵੀ ਲਾਈਨ ਜਿਹੜੀ ਲਿਖ ਸਕੇ। ਤੇ ਦੂਜੇ ਪਾਸੇ ਜਦੋਂ ਸੁਖਬੀਰ ਸਿੰਘ ਬਾਦਲ ਨੂੰ LK ਯਾਦਵ ਵਾਲੀ SIT ਸੱਦਦੀ ਹੈ ਤੇ ਬਾਹਰ ਆਣ ਕੇ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਸਿੱਧੀ ਧਮਕੀ ਜਿਹੜੀ ਆ ਕੰਵਰ ਵਿਜੇ ਪ੍ਰਤਾਪ ਨੂੰ ਦਿੱਤੀ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਫਿਰ ਵੇਖਾਂਗੇ ਇਹਦੇ ਨਾਲ ਕੀ ਕਰਦਾ, ਤਾਂ ਉਹਦੇ ਤੋਂ ਤਾਂ ਸੁਖਵਿੰਦਰ ਜੀ ਸਾਫ਼ ਆ ਕਿ LK ਯਾਦਵ ਦੀ ਜਿਹੜੀ SIT ਆ ਇਹ ਵੀ ਕੁਝ ਐਵੇਂ ਡਰਾਮਾਬਾਜ਼ੀ ਆ, ਗੁੰਗਲੂਆਂ ਤੋਂ ਮਿੱਟੀ ਹੀ ਝਾੜਦੀ ਪਈ ਆ। ਜੇ ਵਾਕਿਆ ਹੀ ਸਰਕਾਰ ਇਸ ਮੁੱਦੇ ਦੇ ਪ੍ਰਤੀ ਗੰਭੀਰ ਹੁੰਦੀ, ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਇਹ ਗੱਲ ਕਹਿੰਦੇ ਰਹੇ ਕਿ 24 ਘੰਟਿਆਂ 'ਚ ਅਸੀਂ ਇਨਸਾਫ ਦੇ ਦਾਂਗੇ, ਬੰਦਾ ਸਾਡੇ ਕੋਲ ਆ, ਉਸ ਰਿਪੋਰਟ ਨੂੰ ਤਾਂ ਤੁਸੀਂ ਵੇਖ ਹੀ ਨਹੀਂ ਰਹੇ। ਬੇਸ਼ੱਕ LK ਯਾਦਵ ਵਾਲੀ ਜਿਹੜੀ SIT ਆ ਹਾਈ ਕੋਰਟ ਦੇ ਨਿਰਦੇਸ਼ਾਂ ਬਣੀ ਆ, ਪਰ ਇਸ ਦੇ ਬਾਵਜੂਦ ਉਹ ਜਿਹੜੀ ਰਿਪੋਰਟ ਆ ਜਿਹੜੀ ਫਰੀਦਕੋਟ ਦੀ ਸੈਸ਼ਨ ਕੋਰਟ 'ਚ ਪਈ ਆ, ਉਸ ਰਿਪੋਰਟ ਦਾ ਵੀ ਹਵਾਲਾ ਜਿਹੜਾ ਲਿਆ ਜਾ ਸਕਦਾ। ਸੋ ਸਾਫ਼ ਇਹ ਗੱਲ ਕਿ ਇਹਦੇ ਵਿੱਚੋਂ ਨਿਕਲਣਾ ਕੱਖ ਨਹੀਂ ਆ। ਅੱਜ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਕੰਵਰ ਵਿਜੇ ਪ੍ਰਤਾਪ ਨੂੰ ਕਿਹਾ ਤਾਂ ਕੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਦਾ ਵੀ ਇੱਕ ਪ੍ਰਤੀਕਰਮ ਇਹ ਸੀ ਕਿ ਹਾਂ ਵੀ ਠੀਕ ਆ, ਤੁਸੀਂ ਇਹ ਗੱਲ ਜਾ ਕੇ ਪਹਿਲਾਂ ਆਪਣੇ ਪਾਪਾ ਜੀ ਨੂੰ, ਸੁਖਬੀਰ ਬਾਦਲ ਨੂੰ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਬਾਦਲ ਸਾਹਿਬ ਤੁਸੀਂ ਜਾ ਕੇ ਇਹ ਗੱਲ ਆਪਣੇ ਪਿਤਾ ਜੀ ਨੂੰ ਪੁੱਛ ਲਓ ਕਿ ਪਾਪਾ ਜੀ ਸਾਡੀ ਸਰਕਾਰ ਜਿਹੜੇ 5 ਵਾਰ ਦੇ ਮੁੱਖ ਮੰਤਰੀ ਨੇ, ਤਾਂ ਉਹਨਾਂ ਨੇ ਇੰਨੀ ਗੱਲ ਪੁੱਛੋ ਕਿ ਹਾਂ ਵੀ ਪਾਪਾ ਜੀ ਸਾਡੀ ਸਰਕਾਰ ਬਣੇਗੀ, ਤਾਂ ਉਹ ਕਹਿਣਗੇ ਫਿਰ ਜੋ ਜਵਾਬ ਹੋਊਗਾ ਉਹਦੇ ਨਾਲ ਮੈਂ 100% ਸਹਿਮਤ ਹੋਵਾਂਗਾ। ਭਾਵ ਅਕਾਲੀ ਦਲ ਹੁਣ ਜੇਕਰ ਇਹ ਗੱਲ ਸੋਚੇ ਕਿ ਆਉਂਦਿਆਂ ਦਿਨਾਂ ਦੇ ਵਿੱਚ ਅਸੀਂ ਮਾਫ ਕਰਨਾ ਬਾਦਲ ਪਰਿਵਾਰ ਜੇਕਰ ਸੋਚੇ ਕਿ ਅਸੀਂ ਅਗਲੀਆਂ 5 ਸਾਲਾਂ 'ਚ ਸਿਆਸਤ ਦੇ ਦੁਬਾਰਾ ਸਿਖਰ ਤੇ ਹੋਵਾਂ ਤੇ ਇਹ ਗੱਲ ਸੰਭਵ ਨਹੀਂ ਲੱਗਦੀ। ਸੁਖਵਿੰਦਰ ਜੀ, ਪੰਜਾਬ ਦੇ ਲੋਕ ਜਿਹੜੇ ਨੇ ਅਕਾਲੀ ਦਲ ਨਾਲ ਅਨਾਇਡ ਨਹੀਂ ਆ, ਇਹ ਗੱਲ ਮੈਂ ਫਿਰ ਕਲੀਅਰ ਕਰਦਾ, ਅਕਾਲੀ ਦਲ ਤੋਂ ਨਾਰਾਜ਼ ਨਹੀਂ ਆ, ਪਰ ਬਾਦਲ ਪਰਿਵਾਰ ਨਾਲ ਉਹ ਲੋਕ ਨਫ਼ਰਤ ਕਰਦੇ ਆ। ਤੇ ਸ਼ਾਇਦ ਬਾਦਲ ਪਰਿਵਾਰ ਦਾ ਛੱਪਾ ਅੱਜ ਦੀ ਤਰੀਕ ਦੇ ਵਿੱਚ ਵੀ ਅਫਸਰਸ਼ਾਹੀ ਦੇ ਉੱਤੇ ਇੰਨਾ ਹੈ, ਸ਼ਾਇਦ ਇਹੋ ਹੀ ਕਾਰਨ ਆ ਕਿ ਪੰਜਾਬ ਦੇ ਲੋਕ ਉਹਨੂੰ ਨਫ਼ਰਤ ਕਰਦੇ ਆ, ਕਿ ਅਫਸਰ ਉਹਨਾਂ ਤੋਂ ਡਰਦੇ ਆ, ਤੇ ਸ਼ਾਇਦ ਇਹ ਹੀ ਕਾਰਨ ਕੋਈ ਵੀ SIT ਆ ਜੇ ਕੋਈ ਇਨਸਾਫ ਦੀ ਆਸ ਨਹੀਂ ਜੇ ਰੱਖੀ ਜਾ ਸਕਦੀ, ਕਿਉਂਕਿ ਕੰਵਰ ਵਿਜੇ ਪ੍ਰਤਾਪ ਉਸ ਮਸ਼ੀਨਰੀ ਦਾ ਇੱਕ ਹਿੱਸਾ ਰਿਹਾ, ਇੱਕ ਪੁਰਜਾ ਰਿਹਾ। ਉਸ ਨੂੰ ਪਤਾ ਥੱਲੇ ਤੋਂ ਲੈ ਕੇ ਉੱਪਰ ਤੱਕ ਕੀ ਕੁਝ ਉਸ ਪਰਿਵਾਰ ਦੇ ਪ੍ਰਤੀ ਲੋਕਾਂ ਦੇ ਵਿੱਚ ਹੋਊਗਾ ਜਾਂ ਅਫਸਰਸ਼ਾਹੀ ਦੇ ਉੱਤੇ ਹੋਊਗਾ। ਸੋ ਇਸ ਕਰਕੇ ਸੁਖਵਿੰਦਰ ਜੀ, ਮੈਨੂੰ ਨਹੀਂ ਲੱਗਦਾ ਇਹ ਹੈ ਕਿ SIT ਕੋਈ ਇਨਸਾਫ ਜਿਹੜੀ ਦੇਵੇ। ਬਾਕੀ ਆਉਣ ਵਾਲੇ ਦਿਨਾਂ 'ਚ 14 ਤਰੀਕ ਨੂੰ ਤਸਵੀਰ ਜਿਹੜੀ ਆ ਉਹ ਸਪਸ਼ਟ ਹੋਏਗੀ ਕਿ ਸੰਘਰਸ਼ ਦਾ ਐਲਾਨ ਕੀ ਹੁੰਦਾ। ਜੀ ਤਾਂ ਅਣਖੀ ਸਾਹਿਬ, ਅਗਲੀ ਖਬਰ ਆਪਾਂ ਲੈ ਲੈਂਦੇ ਹਾਂ। ਅਗਲੀ ਖਬਰ ਇਹ ਹੈ ਕਿ ਜਿਹੜਾ ਦੀਪਕ ਟੀਨੂ ਗੈਂਗਸਟਰ ਜਿਹੜਾ ਭੱਜ ਗਿਆ ਸੀ, ਹੁਣ ਪਤਾ ਲੱਗਿਆ ਉਹ ਵਿਦੇਸ਼ ਦੀ ਧਰਤੀ ਤੇ ਚਲਾ ਗਿਆ। ਇਹ ਪੂਰੀ ਕਹਾਣੀ ਕੀ ਸੀ, ਕਿਵੇਂ ਭੱਜਿਆ ਤੇ ਵਿਦੇਸ਼ ਦੀ ਧਰਤੀ ਤੇ ਕਿੱਥੇ ਉਹ ਪਹੁੰਚ ਗਿਆ, ਕਿ ਹੁਣ ਫਿਰ ਗ੍ਰਿਫਤ 'ਚ ਆਊਗਾ ਜਾਂ ਨਹੀਂ ਆਊਗਾ? ਸੁਖਵਿੰਦਰ ਜੀ, ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿੰਨੀ ਤੇਜ਼ੀ ਨਾਲ ਉਹ ਪੰਜਾਬ ਛੱਡ ਕੇ ਰਾਜਸਥਾਨ, ਫਿਰ ਬੰਬੇ, ਫਿਰ ਨਕਲੀ ਪਾਸਪੋਰਟ ਦੇ ਸਿਰ ਤੇ ਉਹ ਬੰਦਾ ਭੱਜ ਗਿਆ, ਇੰਨੀ ਛੇਤੀ ਨਾਲ ਬੰਦੇ ਦੇ ਵਿਆਹ ਦੇ ਕਾਰਡ ਨਹੀਂ ਜੇ ਛਪਦੇ। ਜੇ ਬੰਦੇ ਨੇ ਕਿਸੇ ਨੇ ਵਿਆਹ ਦੇ ਕਾਰਡ ਛਪਾਉਣੇ ਹੋਣ ਤਾਂ ਉਹ ਵੀ ਇੰਨੀ ਜਲਦੀ ਕਾਰਡ ਨਹੀਂ ਛਪਦੇ ਜਿੰਨੀ ਜਲਦੀ ਉਹ ਬੰਦਾ ਫਰਜ਼ੀ ਪਾਸਪੋਰਟ ਤੇ ਬੰਬੇ ਜਾਂਦਾ, ਬੰਬੇ ਤੋਂ ਉਹ ਮਾਰੀਸ਼ਸ ਜਾਂਦਾ, ਤੇ ਮਾਰੀਸ਼ਸ ਤੋਂ ਹੁੰਦਾ ਹੋਇਆ ਉਹ ਦੱਖਣੀ ਅਫਰੀਕਾ ਪਹੁੰਚ ਗਿਆ। ਤੇ ਪੰਜਾਬ ਸਰਕਾਰ ਇੱਥੇ ਹੱਥ ਮਲਦੀ ਪਈ ਆ। ਤੇ ਦੂਜੇ ਪਾਸੇ ਉਹਦੀ ਜਿਹੜੀ ਗਰਲਫ੍ਰੈਂਡ ਹੈ ਜਤਿੰਦਰ ਕੌਰ, ਉਹ ਵੀ ਇਹ ਗੱਲ ਕਹਿੰਦੀ ਆ, ਜਿਹਦੇ ਵੱਲ ਇੱਕ ਗੱਲ ਹੋਰ ਮਾਫ ਕਰਦੀ ਹੈ ਕਿ ਬੀਤੇ ਦਿਨ ਪੁਲਿਸ ਦਾ ਇਹ ਵਰਸ਼ਨ ਆਇਆ ਸੀ ਕਿ ਇਹ ਜਤਿੰਦਰ ਕੌਰ, ਉਹ ਜਤਿੰਦਰ ਕੌਰ ਦੀ ਜਿਹੜੀ ਪੁਲਿਸ ਮੁਲਾਜ਼ਮ ਹੈ, ਇਹਦਾ ਪੁਲਿਸ ਮਹਿਕਮੇ ਨਾਲ ਕੋਈ ਸੰਬੰਧ ਨਹੀਂ। ਇਹ ਗੱਲ ਜ਼ਰੂਰੀ ਕਲੀਅਰ ਕਰਨੀ ਬਣਦੀ ਸੀ। ਤਾਂ ਜਤਿੰਦਰ ਕੌਰ ਵੀ ਕਹਿੰਦਾ ਇਹ ਗੱਲ ਆ ਕਿ ਹਾਂ ਭਈ ਮੈਨੂੰ ਵੀ ਧੋਖਾ ਦੇ ਗਿਆ। ਤਾਂ ਸੁਖਵਿੰਦਰ ਜੀ, ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕ ਬੰਦਾ ਵਿਆਹ ਦਾ ਕਾਰਡ ਨਹੀਂ ਛਪਦਾ ਤੇ ਬੰਦਾ ਜਾਲੀ ਪਾਸਪੋਰਟ ਬਣਾ ਕੇ ਬਾਹਰ ਫਰਾਰ ਹੋ ਗਿਆ। ਇਹ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਪ੍ਰਸ਼ਨ ਚਿੰਨ੍ਹ ਲੱਗਦਾ। ਹੁਣ ਇਹ ਕਹਾਣੀ ਹੈ ਕਿ ਇਹ ਪ੍ਰੀਤਪਾਲ ਦਾ ਰੋਲ, ਜਿਹੜਾ ਪ੍ਰੀਤਪਾਲ ਸਿੰਘ ਜਿਹੜਾ CI ਇੰਚਾਰਜ ਆ, ਉਸ ਦਾ ਰੋਲ ਮਹੱਤਵਪੂਰਨ ਆ। ਉਹ ਜਤਿੰਦਰ ਕੌਰ ਦੇ ਨਾਲ
उसका मेल कराਉਂਦਾ ਆਪਣੇ ਪਰਸਨਲ ਰੈਜ਼ੀਡੈਂਸ ਤੇ ਇਹ ਪਤਾ ਲੱਗਾ ਕਿ ਉਸ ਬੰਦੇ ਦਾ ਦੀਪਕ ਟਿੰਨੂ ਦਾ ਲੁਧਿਆਣੇ ਦੇ ਵਿੱਚ ਇੱਕ ਤਕੜਾ ਨੈਟਵਰਕ ਆ, ਬਹੁਤ ਬੰਦੇ ਉਹਦੇ ਨਾਲ ਨੇ। ਤਾਂ ਜੇਲ੍ਹ ਦੇ ਵਿੱਚ ਹੀ ਉਸ ਨੂੰ ਮੋਬਾਈਲ ਫੋਨ ਪਹੁੰਚਾ ਦਿੱਤਾ ਗਿਆ ਸੀ। ਜੇਲ੍ਹ ਦੇ ਵਿੱਚ ਹੀ ਉਹ ਗੋਲਡੀ ਬਰਾੜ ਜਾਂ ਹੋਰ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਸੰਪਰਕ 'ਚ ਸੀ। ਬੇਸ਼ੱਕ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਮਾਨਸਾ ਪੁਲਿਸ ਜਾਂ ਕਪੂਰਥਲਾ ਜਾਂ ਗੋਦਵਾਲ ਤੋਂ ਤਾਂਠਾਂ ਕੀਤਾ ਜਾ ਰਿਹਾ ਸੀ, ਪਰ ਅਸਲ 'ਚ ਉਹਦੀ ਸਾਜ਼ਿਸ਼ ਜਿਹੜੀ ਸੀ ਹਿੰਦੁਸਤਾਨ ਦੇ ਵਿੱਚੋਂ ਬਾਹਰ ਭੱਜਣ ਦੀ ਸੀ ਤੇ ਉਹਦੇ ਵਿੱਚੋਂ ਪੂਰਨ ਤੌਰ ਤੇ ਸਫਲ ਹੋਇਆ। ਉਹਦੇ ਵਿੱਚ ਸਭ ਤੋਂ ਪਹਿਲਾਂ ਉਸਨੇ ਆਪਣੀ ਪ੍ਰਿਯੰਕਾ ਨੂੰ ਵਰਤਿਆ। ਹੁਣ ਪ੍ਰੀਤਪਾਲ ਸਿੰਘ ਜਿਹੜੇ ਨੇ CI ਦੇ ਇੰਚਾਰਜ ਪ੍ਰੀਤਪਾਲ ਸਿੰਘ, ਉਹਨਾਂ ਨੂੰ ਪਤਾ ਨਹੀਂ ਕਿੰਨੇ ਕਥਿਤ ਤੌਰ ਤੇ ਕਿੰਨੇ ਵੱਡੇ ਪੱਧਰ ਤੇ ਜਿਹੜਾ ਲਾਲਚ ਦਿੱਤਾ ਗਿਆ, ਕਿਉਂਕਿ ਕੋਈ ਵੀ ਵਿਅਕਤੀ ਬਿਨਾਂ ਲਾਲਚ ਤੋਂ ਇੰਨਾ ਵੱਡਾ ਰਿਸਕ ਲੈਣ ਨੂੰ ਤਿਆਰ ਨਹੀਂ ਕਿ ਆਪਣੀ ਸਰਕਾਰੀ ਕੋਠੀ ਦੇ ਵਿੱਚ ਉਹਨਾਂ ਨੂੰ ਬਿਠਾਤਾ, ਸਾਰਾ ਕੁਝ ਕਰ ਦਿੱਤਾ ਗਿਆ ਤੇ ਫਿਰ ਬੰਦਾ ਫਰਾਰ ਹੋ ਜੇ। ਔਰ ਫਰਾਰ ਹੋਣ ਦੀ ਜਿਹੜੀ ਪਲੈਨਿੰਗ ਆ ਸੁਖਵਿੰਦਰ ਜੀ ਇੰਨੀ ਸਟੀਕ ਤੇ ਮਤਲਬ ਅਸੀਂ ਕਹਿ ਸਕਦੇ ਕਿ ਜ਼ਬਰਦਸਤ ਸੀ ਕਿ ਬੰਦਾ ਰਾਜਸਥਾਨ ਪਹੁੰਚਦਾ, ਰਾਜਸਥਾਨ ਤੋਂ ਹੁੰਦਾ ਹੋਇਆ ਉਹ ਬੰਦਾ ਕਿਸੇ ਤਰੀਕੇ ਨਾਲ ਬੰਬੇ ਪਹੁੰਚ ਜਾਂਦਾ, ਫਿਰ ਉੱਥੋਂ ਮਾਰਸ਼ੀ ਜਾਂਦਾ ਤੇ ਮਾਰਸ਼ੀ ਤੋਂ ਹੁੰਦਾ ਹੋਇਆ ਬੰਦਾ ਦੱਖਣੀ ਅਫਰੀਕਾ ਪਹੁੰਚ ਗਿਆ। ਤੇ ਇੱਥੇ ਜਿਹੜੇ ਐਂਟੀ ਗੈਂਗ ਜਿਹੜੀ ਬਣੀ ਆ ਗੈਂਗਸਟਰ ਜਿਹੜੀ ਟਾਸਕ ਫੋਰਸ ਆ ਉਹ ਅਜੇ ਜਾਂਚ ਕਰ ਰਹੀ ਆ, ਆਮੋ ਸਾਹਮਣੀ ਭਾਲ ਕੇ ਪੁੱਛਣਾ। ਹੁਣ ਪੰਛੀ ਜਦੋਂ ਫਰਰ ਹੋ ਗਿਆ ਤੇ ਫਿਰ ਸੁਖਵਿੰਦਰ ਜੀ ਜਾਂਚ ਕਾਹਦੀ ਕਰਨੀ ਤੇ ਕੀ ਨਹੀਂ ਕਰਨੀ, ਇਹ ਵਾਕਿਆ ਹੀ ਇਸ ਸਰਕਾਰ ਦੀ ਨਲਾਇਕੀ ਆ। ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਤਾਂ ਗੱਲ ਛੱਡੀ ਆਪਾਂ, ਉਹ ਤਾਂ ਵਾਕਈ ਗੱਲ ਦੂਜਾ ਹੋ ਜਾਂਦਾ। ਇਹ ਵਾਕਈ ਪੰਜਾਬ ਪੁਲਿਸ ਦੀ ਇੱਕ ਅਹਿਮ ਨਲਾਇਕੀ ਆ ਕਿ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲ ਦਾ ਪਿਓ ਬੋਲਦਾ ਜਾਂ ਦੁਖੀ ਰੋਂਦਾ ਤਾਂ ਵਾਕਿਆ ਹੀ ਉਹ ਇਹਨਾਂ ਦੇ ਪ੍ਰਸ਼ਨ ਚਿੰਨ੍ਹ ਜਿਹੜੇ ਲੱਗਣੇ ਚਾਹੀਦੇ। ਸਰਕਾਰ ਦੀ ਨਲਾਇਕੀ ਸਾਹਮਣੇ ਆ ਰਹੀ ਆ ਕਿ ਸਰਕਾਰ ਦਾ ਕਿਤੇ ਵੀ ਅਮਨ ਕਾਨੂੰਨ ਦੀ ਸਥਿਤੀ ਦੇ ਨਾਲ ਇਹਦੇ ਵਿੱਚ ਫੜਿਆ ਜਾਊਗਾ ਅਣਖੀ ਸਾਹਿਬ, ਕਿਉਂਕਿ ਇਹ ਕੋਈ ਛੋਟੇ ਮੋਟੇ ਬੰਦੇ ਨਹੀਂ ਹੈਗੇ। ਜਿਵੇਂ ਤੁਸੀਂ ਕਿਹਾ ਕਿ ਵਿਆਹ ਵਾਲਾ ਕਾਰਡ ਨਹੀਂ ਐਡੀ ਛੇਤੀ ਸ਼ਬਦ ਆ, ਐਡੀ ਛੇਤੀ ਉਹਨੂੰ ਬਾਹਰ ਕੱਢਿਆ ਗਿਆ। ਇਹ ਕੋਈ ਛੋਟਾ ਮੋਟਾ ਨੈਕਸਸ ਨਹੀਂ ਹੈ ਸੁਖਵਿੰਦਰ ਜੀ। ਉਹ ਤਾਂ ਸਾਫ਼ ਗੱਲ ਕਲੀਅਰ ਆ ਕਿ ਬੰਦਾ ਜੇਲ੍ਹ 'ਚ ਬੈਠਾ ਉਹਦੇ ਨਾਂ ਤੇ ਨਕਲੀ ਪਾਸਪੋਰਟ ਬਣਦਾ ਤੇ ਨਕਲੀ ਪਾਸਪੋਰਟ ਬਣ ਕਿੱਦਾਂ ਗਿਆ ਸੰਪਰਕ ਤੇ ਜੇਕਰ ਵਿਆਹ 'ਚ ਉਹ ਮਾਪਰਦਾ, ਜੇਕਰ ਜੇਲ੍ਹ 'ਚੋਂ ਬਾਹਰ ਨਿਕਲਦਾ ਪਾਸਪੋਰਟ ਉਹਦੇ ਕੋਲ ਆ, ਉਹਦੇ ਉੱਤੇ ਵੀਜ਼ਾ ਲੱਗਾ, ਵੀਜ਼ਾ ਵੀ ਕਿਸੇ ਤਰੀਕੇ ਨਾਲ ਲੱਗਾ ਹੀ ਹੋਊਗਾ। ਸੋ ਇਹ ਨੈਕਸਸ ਜਿਹੜਾ ਛੋਟਾ CIA ਦਾ ਇੰਚਾਰਜ ਪ੍ਰਿਤਪਾਲ ਸਿੰਘ ਇੱਕ ਛੋਟਾ ਪਿਆਦਾ ਆ। ਅਸਲ ਤਾਕਤ ਜਿਹੜੀਆਂ ਸ਼ਕਤੀਆਂ ਨੇ ਸੁਖਵਿੰਦਰ ਜੀ ਉਹ ਬਹੁਤ ਪਿੱਛੇ ਨੇ, ਪਰਦੇ ਦੇ ਪਿੱਛੇ। ਉਹ ਪਤਾ ਵੀ ਨਹੀਂ ਹੁੰਦਾ ਕਿ ਕਿਹੜਾ ਬੰਦਾ ਕਿਹਦੇ ਵਾਸਤੇ ਕੰਮ ਕਰ ਰਿਹਾ। ਤਾਂ ਸ਼ਾਇਦ ਇਹ ਵੀ ਗੱਲ ਸਾਹਮਣੇ ਆ ਕਿ ਜੋ ਕੁਝ ਵੀ ਇਹ ਕੁਝ ਹੋ ਰਿਹਾ, ਜਿਸ ਤਰ੍ਹਾਂ ਲੋਕ ਕਹਿ ਦਿੰਦੇ ਨੇ ਇਹ ਏਜੰਸੀਆਂ ਦਾ ਕੰਮ ਹੋ ਸਕਦਾ ਜੀ, ਏਜੰਸੀਆਂ ਦਾ ਕੰਮ ਹੋਵੇ, ਸਾਨੂੰ ਨਹੀਂ ਪਤਾ, ਲੋਕ ਕਹਿ ਦਿੰਦੇ ਆ। ਕਿਉਂਕਿ ਸੁਖਵਿੰਦਰ ਜੀ ਆਮ ਤੌਰ ਤੇ ਏਡੀ ਜਲਦੀ ਬੰਦੇ ਪੰਜਾਬ ਚੋਂ ਨਿਕਲ ਕੇ, ਮਾਨਸਾ ਤੋਂ ਨਿਕਲ ਕੇ ਇੰਨੀ ਦੂਰ ਬੰਦੇ ਪਹੁੰਚ ਜਾਣ ਤਾਂ ਸੁਖਵਿੰਦਰ ਜੀ ਹੈਰਾਨਗੀ ਤੇ ਫਿਰ ਨੈਕਸਿਸ ਤਾਂ ਹੈ ਹੀ ਹੈ। ਨੈਕਸਿਸ ਇਹ ਛੋਟੇ ਮੋਟੇ ਪ੍ਰਿਤਪਾਲ ਸਿੰਘ ਵਰਗੇ ਬੰਦੇ ਨਹੀਂ, ਇਹਦੇ ਉੱਤੇ ਬਹੁਤ ਵੱਡੇ ਜਿਹੜੇ ਅਸੀਂ ਕਹਿ ਸਕਦੇ ਕਿ ਸਫੇਦਪੋਸ਼ ਚਿਹਰੇ ਹੋਣਗੇ ਜਿਨ੍ਹਾਂ ਦੇ ਸੰਬੰਧੀ ਸਿੱਧੂ ਮੂਸੇਵਾਲ ਦੇ ਪਿਓ ਨੇ ਵੀ ਕਿਹਾ ਸੀ ਕਿ ਇਹਨਾਂ ਨਿੱਕੇ ਮੋਟੇ ਬੰਦੇ ਨੂੰ ਫੜ ਕੇ ਕੀ ਕਰਨਾ, ਜੇ ਫੜਦਾ ਤਾਂ ਉਹ ਨੰਗਿਆ ਕਰਦਾ ਤਾਂ ਉਹ ਚਿੱਟੇ ਸਫੇਦਪੋਸ਼ ਵਾਲੇ ਲੋਕਾਂ ਨੂੰ ਤੁਸੀਂ ਨੰਗੇ ਕਰੋ ਜਿਹੜੇ ਇਸ ਸਾਰੇ ਸਾਜ਼ਿਸ਼ ਦੇ ਪਿੱਛੇ ਨੇ। ਨੈਕਸਿਸ ਤਾਂ ਸੁਖਵਿੰਦਰ ਜੀ ਹੈ, ਪਰ ਇਹਦੇ ਨਾਲ ਪੰਜਾਬ ਪੁਲਿਸ ਦੀ ਨਲਾਇਕੀ ਜਿਹੜੀ ਆ ਜ਼ਰੂਰ ਸਾਹਮਣੇ ਆਉਂਦੀ ਆ, ਜਿਹੜਾ ਦੁਖਾਂਤ ਜਿਹੜਾ ਅਗਲੇ ਦਿਨਾਂ 'ਚ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਭੁਗਤਣਾ ਪੈ ਸਕਦਾ। ਰੰਗਦਾਰੀ ਉਸੇ ਤਰੀਕੇ ਨਾਲ ਤੇਜ਼ ਆ, ਚਿੱਟੇ ਦਾ ਕੰਮ ਉਸੇ ਤਰੀਕੇ ਨਾਲ ਆ, ਉਸੇ ਤਰੀਕੇ ਨਾਲ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਜਿਸ ਤਰੀਕੇ ਨਾਲ ਤਰਨਤਾਰਨ ਦੇ ਵਿੱਚ ਹੋਇਆ। ਤਾਂ ਸੁਖਵਿੰਦਰ ਜੀ ਇਹਦੇ ਨਾਲ ਤਾਂ ਅਮਨ ਕਾਨੂੰਨ ਦੀ ਸਥਿਤੀ ਤੇ ਪ੍ਰਸ਼ਨ ਚੱਲ ਲੱਗਦਾ ਹੀ ਲੱਗਦਾ। ਬਿਲਕੁਲ। ਤਾਂ ਦੂਜੇ ਪਾਸੇ ਅਣਖੀ ਸਾਹਿਬ ਪਿਛਲੇ ਦਿਨੀ ਜਿਹੜੇ ਪਰਚੇ ਦਰਜ ਹੋਏ ਸੀ BJP ਦੇ ਆਗੂ ਬੱਗੇ ਦੇ ਉੱਪਰ, ਜਿਹਦੇ ਕਰਕੇ ਪੰਜਾਬ ਪੁਲਿਸ ਨੂੰ ਵੀ ਉੱਥੇ ਪੁਲਿਸ ਨੇ ਬਿਠਾ ਲਿਆ ਸੀਗਾ ਦਿੱਲੀ ਦੇ ਵਿੱਚ, ਹਰਿਆਣੇ ਵਾਲਿਆਂ ਨੇ ਰੋਕ ਲਿਆ ਸੀ ਪੰਜਾਬ ਪੁਲਿਸ ਨੂੰ, ਜਿਹੜੇ ਪਰਚੇ ਦੇ ਕਰਕੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਬੜੀ ਬਦਨਾਮੀ ਹੋਈ ਸੀਗੀ, ਬੜੀ ਬੇਇੱਜ਼ਤੀ ਹੋਈ ਸੀ। ਇੱਕ ਪਰਚਾ ਕੁਮਾਰ ਵਿਸ਼ਵਾਸ ਤੇ ਕੇਜਰੀਵਾਲ ਦੇ ਆਪਣੇ ਦੋਸਤ ਤੇ ਕੀਤਾ ਗਿਆ ਸੀ। ਦੋਵੇਂ ਪਰਚੇ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਬਣਦੇ ਹੀ ਨਹੀਂ ਸੀ। ਇਹ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਦੋਵੇਂ ਪਰਚੇ ਪੰਜਾਬ ਦੇ ਵਿੱਚ ਬਣਦੇ ਨਹੀਂ ਸੀ, ਪਰ ਫਿਰ ਵੀ ਉਹ ਪੰਜਾਬ ਦੇ ਵਿੱਚ ਦਰਜ ਕੀਤੇ ਗਏ। ਬੇਇੱਜ਼ਤੀ ਫੁੱਲ ਪੰਜਾਬ ਪੁਲਿਸ ਦੀ ਹੋਈ, ਪੰਜਾਬ ਸਰਕਾਰ ਦੀ ਹੋਈ, ਦੋਵਾਂ ਪਰਚਿਆਂ ਦੇ ਵਿੱਚ ਥੂ ਹੋਈ ਆਪਾਂ ਕਹੀਏ। ਤਾਂ ਹੁਣ ਪਤਾ ਲੱਗਿਆ ਕਿ ਹਾਈ ਕੋਰਟ ਦੇ ਵੱਲੋਂ ਵੀ ਝਟਕਾ ਦੇ ਦਿੱਤਾ ਗਿਆ। ਹਾਈ ਕੋਰਟ ਦੇ ਵੱਲੋਂ ਕੀ ਫੈਸਲਾ ਲੈ ਲਿਆ ਗਿਆ ਹੁਣ ਇਹਨਾਂ ਦੋਵਾਂ ਮਾਮਲਿਆਂ ਦੇ ਅੰਦਰ? ਸੁਖਵਿੰਦਰ ਜੀ ਇਹ ਜਿਹੜੇ ਰਾਜਨੀਤਿਕ ਲੋਕ ਹੁੰਦੇ ਨਾ, ਮੇਰਾ ਖਿਆਲ ਇਹਨਾਂ ਨੂੰ ਝਟਕਿਆਂ ਦੀ ਕੋਈ ਇੰਨੀ ਪ੍ਰਵਾਹ ਹੁੰਦੀ ਨਹੀਂ। ਇਹ ਸਿਰਫ ਆਪਣੀ ਛੋਟੀ ਜਿਹੀ ਜਾਂ ਝੂਠੀ ਜਾਂ ਫੋਕੀ ਸ਼ਾਨ ਸ਼ੌਕਤ ਨੂੰ ਬਰਕਰਾਰ ਰੱਖਣ ਵਾਸਤੇ ਅਜਿਹੀਆਂ ਚੀਜ਼ਾਂ ਕਰਦੇ ਰਹਿੰਦੇ ਆ। ਜਿਸ ਤਰੀਕੇ ਨਾਲ ਤਜਿੰਦਰ ਸਿੰਘ ਬੱਗੇ ਦੇ ਉੱਤੇ ਇਹ ਗੱਲ ਕਹੀ ਕਿ ਉਹਨੂੰ ਟਵੀਟ ਕੀਤਾ ਕਿ ਉਹਨੂੰ ਖਾਲਿਸਤਾਨ ਸਮਰਥਕ ਦੱਸਿਆ, ਜਾਂ ਦੂਜੇ ਪਾਸੇ ਕੁਮਾਰ ਵਿਸ਼ਵਾਸ ਵੱਲੋਂ ਵੀ ਟਵੀਟ ਕੀਤੇ ਗਏ, ਤਾਂ ਉਦੋਂ ਪੰਜਾਬ 'ਚ ਸਰਕਾਰ ਬਣੀ ਤੇ ਇੱਕ ਰੋਪੜ ਦੇ ਵਿੱਚ ਉਹਦਾ ਪਰਚਾ ਦਰਜ ਕਰ ਲਿਆ ਗਿਆ। ਤਾਂ ਜਿਸ ਤਰੀਕੇ ਨਾਲ ਫਿਰ ਕੁਝ ਵਾਪਰਿਆ ਉਹ ਸਾਰਿਆਂ ਨੂੰ ਪਤਾ। ਪੰਜਾਬ ਪੁਲਿਸ ਕਿਸ ਤਰੀਕੇ ਨਾਲ ਪੱਬਾਂ ਪਾਰ ਹੋ ਕੇ ਬੱਗੇ ਨੂੰ ਗ੍ਰਿਫਤਾਰ ਕਰਨ ਗਈ, ਕੁਮਾਰ ਵਿਸ਼ਵਾਸ ਦੇ ਘਰ ਫਰੀਦਾਬਾਦ ਗਈ, ਪਰ
ਬੇਰੰਗ ਵਾਪਸ ਆਉਣਾ ਪਿਆ ਤੇ ਗ੍ਰਿਫਤਾਰ ਵੀ ਹੋਈ। ਤਾਂ ਉਦੋਂ ਪਤਾ ਲੱਗਿਆ ਸੀ ਸਰਕਾਰ ਦੀ ਮਤਲਬ ਕਾਲਾਪਣ ਜਿਹੜਾ ਹੈ ਸਰਕਾਰ ਦਾ ਕਿਹੋ ਜਿਹਾ, ਕਿ ਇਹ ਸਰਕਾਰ ਕਿਹੋ ਜਿਹੀ ਹਰਕਤਾਂ ਤੇ ਉਤਰੀ ਆ। ਤੇ ਅੱਜ ਹਾਈ ਕੋਰਟ ਨੇ ਜਿਹੜੀ ਇਹਨਾਂ ਦੀ FIR ਰੱਦ ਕਰਨ ਦੇ ਨਿਰਦੇਸ਼ ਇਹ ਕਹਿ ਕੇ ਦਿੱਤੇ ਆ ਕਿ ਇਹਨਾਂ ਘਟਨਾਵਾਂ ਦਾ ਪੰਜਾਬ ਨਾਲ ਕੋਈ ਸੰਬੰਧ ਹੀ ਨਹੀਂ। ਤੇ ਸੈਕੰਡਲੀ ਰਾਜਨੀਤਿਕ ਲੋਕਾਂ ਦੇ ਖਿਲਾਫ ਕੀਤੀ ਗਈ ਇਹੋ ਜਿਹੀ ਬਿਆਨਬਾਜ਼ੀ ਆਮ ਜਨ ਸਧਾਰਨ ਬਿਆਨ ਹੁੰਦੀ ਆ, ਇਹਦਾ ਕੋਈ ਵੀ ਸੰਗਿਆਨ ਜਿਹੜਾ ਉਹ ਨਹੀਂ ਲਿਆ ਜਾ ਸਕਦਾ, ਕੋਈ ਨੋਟਿਸ ਜਿਹੜਾ ਨਹੀਂ ਲਿਆ ਜਾ ਸਕਦਾ, ਕਿਉਂਕਿ ਰਾਜਨੀਤਿਕ ਜੀਵਨ ਦੇ ਵਿੱਚ ਕਈ ਵਾਰ ਲੋਕ ਕਈ ਖਿਲਾਫ ਕਈ ਕੁਝ ਕਹਿੰਦੇ ਆ। ਤਾਂ ਸੋ ਮਾਨਯੋਗ ਹਾਈ ਕੋਰਟ ਨੇ ਇਹ ਚੀਜ਼ ਨੂੰ ਰੱਦ ਕਰਨ ਦਾ ਜਿਹੜਾ ਆਦੇਸ਼ ਦਿੱਤਾ। ਤਾਂ ਇਹਦੇ ਨਾਲ ਸੁਖਵਿੰਦਰ ਜੀ ਸਾਫ਼ ਤੌਰ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਅਸੀਂ ਕਹਿ ਸਕਦੇ ਆਪ ਖੁਦਰਾਪਨ ਉਹ ਤਾਂ ਸਾਹਮਣੇ ਆਉਂਦਾ ਹੀ ਆ ਕਿ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਤੁਸੀਂ ਕਿਹੋ ਜਿਹੀ ਹਰਕਤਾਂ ਜਿਹੜੀਆਂ ਕਰ ਰਹੇ ਜੇ। ਇਹਦੇ ਨਾਲ ਉਹਨਾਂ ਰਾਜਨੀਤਿਕ ਲੋਕਾਂ ਦੇ ਚਿਹਰੇ ਵੀ ਸੁਖਵਿੰਦਰ ਜੀ ਨੰਗੇ ਹੁੰਦੇ ਆ ਜਿਹੜੀ ਆਪਣੀ ਆਲੋਚਨਾ ਝੱਲਦੇ ਨਹੀਂ। ਜਿਸ ਤਰੀਕੇ ਨਾਲ ਅਸੀਂ ਕਈ ਵਾਰੀ ਖਬਰਾਂ 'ਚ ਗੱਲ ਕਰਦੇ ਹਾਂ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਸਮੇਂ ਕੀ ਕੁਝ ਹੋਇਆ, ਜਿਸ ਤਰ੍ਹਾਂ ਨਵਜੋਤ ਸਿੱਧੂ ਦੀ ਅਸੀਂ ਗੱਲਾਂ ਕਰਦੇ ਹਾਂ, ਜਾਂ ਕਈ ਅਸੀਂ ਵਿਧਾਇਕਾਂ ਦੀਆਂ ਜਿਹੜੇ ਉਸ ਸਮੇਂ ਦੇ ਜਾਂ ਮੌਜੂਦਾ ਵਿਧਾਇਕਾਂ ਦੀਆਂ ਗੱਲਾਂ ਕਰਦੇ ਆ, ਅਗਲੇ ਉਹਨਾਂ ਨੂੰ ਇਹ ਗੱਲ ਸਵੀਕਾਰ ਹੀ ਨਹੀਂ ਲੱਗਦੀ ਕਿ ਸਾਡੀ ਗੱਲ ਕੀਤੀ ਕਿਉਂ ਜਾਵੇ। ਤਾਂ ਦੂਜੇ ਪਾਸੇ ਉਹ ਤੁਰ ਪੈਂਦੇ ਆ, ਕੋਈ ਪਰਚਾ ਦਰਜ ਕਰਾ ਦਿੰਦਾ, ਕੋਈ ਕੋਰਟ 'ਚ ਤੁਰ ਪੈਂਦਾ, ਕੋਈ ਨੋਟਿਸ ਭੇਜ ਦਿੰਦਾ। ਸੋ ਅਜਿਹੀਆਂ ਗੱਲਾਂ ਦੇ ਨਾਲ ਤੁਹਾਡੇ ਹੀ ਵਿਅਕਤੀਤਵ ਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗਦਾ, ਕਿਉਂਕਿ ਜਿਹੜਾ ਰਾਈਟ ਟੂ ਸਪੀਚ ਆ ਇਹ ਹਰ ਬੋਲਣ ਦਾ ਅਧਿਕਾਰ ਆ। ਤੇ ਜੇਕਰ ਤੁਹਾਡੀ ਸ਼ਾਨ ਸ਼ੌਕਤ ਦੇ ਉੱਤੇ ਕੋਈ ਪ੍ਰਸ਼ਨ ਚਿੰਨ੍ਹ ਲੱਗਦਾ ਤਾਂ ਇਸ ਦਾ ਮਤਲਬ ਇਹ ਆ ਕਿ ਇਹ ਨਹੀਂ ਕਿ ਦੂਜੇ ਬੰਦੇ ਜਿਹੜੇ ਬੇਵਕੂਫ ਨੇ ਉਹ ਵੀ ਪੂਰਨ ਤੌਰ ਤੇ ਉਹਨਾਂ ਨੂੰ ਵੀ ਬੋਲਣ ਦਾ ਹੱਕ ਆ, ਉਹਨਾਂ ਨੂੰ ਵੀ ਤੁਹਾਡੇ ਬਖੀਏ ਦੇਣ ਦਾ ਹੱਕ ਆ। ਪੂਰਨ ਤੌਰ ਤੇ ਜੋ ਕੁਝ ਕੀਤਾ, ਜੋ ਕੁਝ ਹੋਇਆ ਉਹ ਵੀ ਅਸੀਂ ਲੋਕਾਂ ਨੇ ਤੁਹਾਡੇ ਸਾਹਮਣੇ, ਮੀਡੀਆ ਨੇ ਤੁਹਾਡੇ ਲੋਕਾਂ ਦੇ ਸਾਹਮਣੇ ਲਿਆਉਣਾ ਹੁੰਦਾ। ਸੋ ਇਹਨਾਂ ਤੇਜ਼ੀ ਨਾਲ ਨਹੀਂ ਚੱਲਣਾ ਚਾਹੀਦਾ ਕਿ ਜਿਸ ਤਰੀਕੇ ਨਾਲ ਇਹ ਰਾਜਨੀਤਿਕ ਆਗੂ ਚਾਹੇ ਮੌਜੂਦਾ ਵਿਧਾਇਕ ਹੋਣ ਚਾਹੇ ਸਾਬਕਾ ਵਿਧਾਇਕ ਹੋਣ ਝੱਟ ਦੂਜੇ ਪਾਸੇ ਤੁਰ ਪੈਂਦੇ ਆ। ਪਰ ਆਪ ਕੀ ਕਰਦੇ ਰਹੇ ਨੇ ਉਹਨਾਂ ਦਾ ਪ੍ਰਸ਼ਨ ਵੀ ਇਹਨਾਂ ਨੂੰ ਜ਼ਰੂਰ ਦੇ ਦੇਣਾ ਚਾਹੀਦਾ। ਭਾਰਤ ਭੂਸ਼ਣ ਆਸ਼ੂ ਦੇ ਕੇਸ ਦੇ ਵਿੱਚ ਤਾਂ ਚਲੋ ਜੋ ਕੁਝ ਹੋਇਆ, ਅੱਜ ਇੱਕ ਵੀਡੀਓ ਜਿਹੜਾ ਰਾਜਾ ਵੜਿੰਗ ਦੇ ਖਿਲਾਫ ਜਿਹੜਾ ਚੱਲਦਾ ਪਿਆ ਕਿ ਰਾਜੇ ਵੜਿੰਗ ਨੇ ਕੁਲਬੀਰ ਸਿੰਘ ਜੀਰੇ ਦੇ ਘਰ ਜਾਂਦਿਆਂ ਇੱਕ ਨੌਜਵਾਨ ਨੂੰ ਕਿਸ ਤਰੀਕੇ ਨਾਲ ਇਸੇ ਕਰਕੇ ਕਟਾਤਾ ਕਿ ਉਹਨੇ ਗੱਡੀ ਜਿਹੜੀ ਆਪਣੇ ਉਹਦੇ ਬਰਾਬਰ ਲਿਆ ਕੇ ਖੜੀ ਕਰਤੀ। ਤਾਂ ਉਹ ਵਿਅਕਤੀ ਸਾਬਕਾ ASI ਉਹਨੇ ਕਿਹਾ ਕਿ ਠੀਕ ਆ, ਜਿਹੜਾ ਮੇਰੇ ਤੇ ਦਰਖਾਸਤ ਕਰਨੀ ਤੁਸੀਂ ਕਰੋ, ਮੈਂ ਦੱਸਾਂ ਕਿ ਭਾਂਡੇ ਇਹਨਾਂ ਦਾ ਇਹੋ ਜਿਹੇ ਨੰਗੇ ਕਰਾਂਗਾ ਕਿ ਜੋ ਬੀਤੇ ਦੌਰ 'ਚ ਕਰਦੇ ਰਹੇ ਆ। ਸੋ ਸੁਖਵਿੰਦਰ ਜੀ ਗੱਲ ਆਪਣੀ ਕਿੱਧਰ ਨੂੰ ਚਲੀ ਗਈ ਦੂਜੇ ਪਾਸੇ। ਮੇਰਾ ਕਹਿਣ ਦਾ ਮਤਲਬ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਛੱਡ ਕੇ ਨਿੱਘਰ ਤੇ ਜੇ ਰਾਜਨੀਤੀ ਕਰਨੀ ਆ ਤਾਂ ਫਿਰ ਨਿੱਘਰ ਤੇ ਨਰੋਈ ਰਾਜਨੀਤੀ ਕਰਨੀ ਆ ਜਿਹੜੀ ਸਮਾਜ ਨੂੰ ਸੇਧ ਦੇਵੇ। ਤੇ ਜੇਕਰ ਤੁਸੀਂ ਬਾਕੀ ਪਾਰਟੀਆਂ ਵਾਂਗੂ ਹੀ ਪੁਰਾਣੇ ਕੰਮ ਕਰਦੇ ਤਾਂ ਫਿਰ ਕਰੀ ਚੱਲੋ, ਲੋਕ ਫਿਰ ਸਭ ਕੁਝ ਦੇਖਦੇ ਪਏ ਆ। ਬਿਲਕੁਲ ਅਣਖੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।